ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੀ ਪੁਸਤਕ ਹਸਪਤਾਲ ਚੋਂ ਜਿਉਂਦੇ ਕਿਵੇਂ ਮੁੜੀਏ ਦਾ ਅਗਲਾ ਲੇਖ। ਦਵਾਈਆਂ ਅਨਿਸ਼ਚਿਤ ਨਿਰਦੇਸ਼ਾਂ ਦਾ ਸੰਗ੍ਰਹਿ ਹੁੰਦੀਆਂ ਹਨ ਜਿਨ੍ਹਾਂ ਦਾ ਅਸਰ ਮਨੁੱਖ ਦੇ ਲਈ ਉਪਯੋਗੀ ਹੋਣ ਤੋਂ ਵੱਧ ਹਾਨੀਕਾਰਕ ਹੁੰਦਾ ਹੈ। ਨੈਪੋਲੀਅਨ ਬੋਨਾਪਾਰਟ ਅਨੁਸਾਰ। 6ਵਾਂ ਅੰਗ, ਕੁੱਖ ਤੋਂ ਕਬਰ ਤੱਕ। ਭਾਗ ਪਹਿਲਾ। ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਅਮੀਰ ਤੋਂ ਅਮੀਰ ਲੋਕ ਵੀ ਅਕਸਰ ਬਿਮਾਰੀ ਦੀ ਲਪੇਟ 'ਚ ਆਉਣ ਤੋਂ ਕੁਝ ਸਮਾਂ ਬਾਅਦ ਹੀ ਜਾਨ ਗਵਾ ਦਿੰਦੇ ਹਨ। ਉਹਨਾਂ ਦੀ ਸਾਰੀ ਸੰਪਤੀ ਵੀ ਉਹਨਾਂ ਦੀ ਜਾਨ ਨਹੀਂ ਬਚਾ ਸਕਦੀ। ਬਿਮਾਰੀ ਵਾਸਤੇ ਨਾ ਕੋਈ ਅਮੀਰ ਹੈ, ਨਾ ਗਰੀਬ, ਨਾ ਕੋਈ ਵੱਡਾ ਹੈ, ਨਾ ਛੋਟਾ। ਬਿਮਾਰੀ ਧਰਮ ਦਾ ਭੇਦਭਾਵ ਨਹੀਂ ਕਰਦੀ। ਇੱਥੋਂ ਤੱਕ ਕਿ ਵੱਡੇ ਤੋਂ ਵੱਡੇ ਹਸਪਤਾਲ ਦੀ ਇਮਾਰਤ ਤੇ ਉਸ 'ਚ ਰੱਖੀਆਂ ਹੋਈਆਂ ਕੀਮਤੀ ਮਸ਼ੀਨਾਂ ਵੀ ਕਿਸੇ ਮਰੀਜ਼ ਦੇ ਜੀਵਨ ਕਾਲ ਨੂੰ ਵਧਾ ਨਹੀਂ ਸਕਦੀਆਂ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਵਿਕਸਤ ਦੇਸ਼ਾਂ ਵਿੱਚ 10% ਮੌਤ ਦਾ ਕਾਰਨ ਐਟਰੋਜੈਨਿਕ ਭਾਵ ਹਸਪਤਾਲ ਦੀਆਂ ਗਲਤੀਆਂ ਤੇ ਦਵਾਈਆਂ ਦੇ ਦੁਰਪ੍ਰਭਾਵ ਹਨ। ਵਿਗਿਆਨ ਕਹਿੰਦਾ ਹੈ ਕਿ ਜਦੋਂ ਕੋਈ ਮਰੀਜ਼ ਮਰਨ ਕਿਨਾਰੇ ਹੁੰਦਾ ਉਦੋਂ ਮਰਨ ਤੋਂ ਕੁਝ ਮਿੰਟ ਪਹਿਲਾਂ ਤੱਕ ਉਹਦੇ ਸਰੀਰ ਦੇ ਲਗਭਗ 50 ਟ੍ਰਿਲੀਅਨ ਸੈੱਲਾਂ ਵਿੱਚੋਂ ਕੇਵਲ 1% ਸੈੱਲ ਹੀ ਵਿਰੋਧੀ ਹੁੰਦੇ ਹਨ ਜੋ ਕਿ ਉਸ ਇਨਸਾਨ ਨੂੰ ਮੌਤ ਵੱਲ ਖਿੱਚਦੇ ਹਨ, ਜਦਕਿ 99% ਸੈੱਲ ਆਖਰੀ ਘੜੀ ਤੱਕ ਜਿਉਣਾ ਚਾਹੁੰਦੇ ਹਨ। ਇਹਦਾ ਅਰਥ ਇਹ ਹੈ ਕਿ ਜੀਵਨ ਦੀ ਇਹ ਜੰਗ ਜਿੱਤੀ ਜਾ ਸਕਦੀ ਹੈ ਤੇ ਆਪਣੇ ਲਈ ਇਹ ਕੰਮ ਸਿਰਫ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਹੀ ਖੁਦ ਨਾਲ ਜੁੜੇ ਹੋ ਤੇ ਉਹਨਾਂ ਸਾਰੇ 50 ਟ੍ਰਿਲੀਅਨ ਸੈੱਲਾਂ ਨਾਲ ਤੁਹਾਡਾ ਸਿੱਧਾ ਸੰਬੰਧ ਹੈ। ਇਹੀ ਨਹੀਂ, ਉਹਨਾਂ ਦਾ ਕੰਟਰੋਲ ਵੀ ਤੁਹਾਡੇ ਕੋਲ ਹੀ ਹੈ। ਮਰੀਜ਼ ਚਾਹੇ ਕੈਂਸਰ ਦੀ 4ਥੀ ਸਟੇਜ ਤੇ ਵੀ ਹੋਵੇ ਜਾਂ ਡਾਇਬਟੀਜ਼ ਦੀ ਉੱਚ ਸਟੇਜ ਤੇ, ਖੋਈ ਹੋਈ ਸਿਹਤ ਦੁਬਾਰਾ ਵਾਪਸ ਮਿਲ ਸਕਦੀ ਹੈ। ਇਹ ਇੱਕ ਅਜਿਹਾ ਸਾਇੰਟੀਫਿਕ ਸੀਕ੍ਰੇਟ ਹੈ ਜਿਸ ਦੀ ਮਦਦ ਨਾਲ ਕਿਸੇ ਵੀ ਬਿਮਾਰੀ ਨੂੰ 3 ਤੋਂ 6 ਮਹੀਨੇ 'ਚ ਦੂਰ ਕੀਤਾ ਜਾ ਸਕਦਾ ਹੈ। ਇਹਨੂੰ ਯੂਨੀਵਰਸਲ ਲਾਅ ਆਫ ਰੀਬੈਲੈਂਸ ਦੇ ਨਾਂ ਨਾਲ ਜਾਣਿਆ ਜਾਂਦਾ। ਦੁਨੀਆ ਵਿੱਚ 7 ਅਜਿਹੀਆਂ ਸੱਭਿਅਤਾਵਾਂ ਹਨ ਜਿੱਥੇ ਅਕਸਰ ਲੋਕ ਆਪਣਾ 100ਵਾਂ ਜਨਮ ਦਿਨ ਮਨਾਉਂਦੇ ਹਨ, ਉਹ ਵੀ ਬਿਨਾਂ ਕਿਸੇ ਬਿਮਾਰੀ ਦੇ। ਉਹਨਾਂ ਥਾਵਾਂ ਤੇ ਡਾਇਬਟੀਜ਼, ਕਾਰਡੀਓਵਾਸਕੂਲਰ ਡਿਜ਼ੀਜ਼, ਕੈਂਸਰ ਤੇ ਮਾਈਗ੍ਰੇਨ ਜਿਹੀਆਂ ਬਿਮਾਰੀਆਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਉੱਥੇ ਦਵਾਈਆਂ ਦੀਆਂ ਦੁਕਾਨਾਂ, ਹਸਪਤਾਲ ਤੇ ਡਾਕਟਰ ਵੀ ਨਾ ਦੇ ਬਰਾਬਰ ਹੀ ਦੇਖਣ ਨੂੰ ਮਿਲਦੇ ਹਨ। ਉਹਨਾਂ 7 ਸੱਭਿਅਤਾਵਾਂ ਵਿੱਚ ਇੱਕ ਚੀਜ਼ ਸਮਾਨ ਹੈ, ਉਹ ਹੈ ਕਿ ਜਾਣੇ ਅਣਜਾਣੇ 'ਚ ਹੀ ਉਹ ਯੂਨੀਵਰਸਲ ਲਾਅ ਆਫ ਰੀਬੈਲੈਂਸ ਦਾ ਪਾਲਣ ਕਰਦੇ ਹਨ। ਹੁਣ ਅੱਗੇ ਦੀ ਕਹਾਣੀ ਬੜੀ ਦਿਲਚਸਪ ਹੈ। ਇਹਨੂੰ ਜਾਣਨ ਤੋਂ ਬਾਅਦ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਮੈਡੀਕਲ ਬਿੱਲ ਜੀਵਨ ਭਰ ਲਈ 0 ਰਹਿਣ ਵਾਲਾ ਹੈ, ਭਾਵ ਦਵਾਈਆਂ ਤੇ ਡਾਕਟਰਾਂ ਦੀ ਫੀਸ ਤੇ ਹੋਣ ਵਾਲੇ ਖਰਚ ਤੋਂ ਛੁਟਕਾਰਾ। ਹੁਣ ਅਸੀਂ ਜੋ ਗੱਲਾਂ ਕਰਨ ਵਾਲੇ ਹਾਂ ਉਹ ਨਾ ਕੇਵਲ ਤੁਹਾਨੂੰ ਤੰਦਰੁਸਤ ਬਣਾਉਣਗੀਆਂ ਬਲਕਿ ਇਹ ਖਾਸ ਗਿਆਨ ਤੁਹਾਡੇ ਨਾਲ ਦੂਜਿਆਂ ਨੂੰ ਵੀ ਜੀਵਨ ਭਰ ਤੰਦਰੁਸਤ ਰਹਿਣ 'ਚ ਮਦਦ ਕਰੇਗਾ ਤੇ ਤੁਸੀਂ ਰੋਗ ਮੁਕਤ ਜਾਂ ਨਿਰੋਗੀ ਰਹਿ ਸਕੋਗੇ। ਤਾਰੀਖ ਸੀ 28 ਅਕਤੂਬਰ, ਜਗ੍ਹਾ ਹੋ ਚੀ ਮਿਨ ਸਿਟੀ, ਵੀਅਤਨਾਮ, ਇੱਕ ਛੋਟਾ ਖੂਬਸੂਰਤ ਸ਼ਹਿਰ। ਸਵੇਰ ਦੇ 8 ਵੱਜ ਰਹੇ ਸਨ ਤੇ ਮੈਂ ਇੰਟਰਨੈਸ਼ਨਲ ਕਾਨਫਰੰਸ ਆਫ ਰਿਕਾਰਡਸ ਬੁੱਕਸ ਲਈ ਤਿਆਰ ਹੋ ਰਿਹਾ ਸੀ। ਉੱਥੇ ਮੈਂ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਮੁੱਖ ਸੰਪਾਦਕ ਦੀ ਹੈਸੀਅਤ ਨਾਲ ਭਾਗ ਲੈ ਰਿਹਾ ਸੀ। ਫਾਈਨਲ ਪ੍ਰੋਗਰਾਮ ਦੀ ਬਰੀਫਿੰਗ ਵਾਸਤੇ ਮੇਰੇ ਪ੍ਰਬੰਧਕਾਂ ਦਾ ਫੋਨ ਆਇਆ। ਮੈਨੂੰ ਪਤਾ ਲੱਗਾ ਕਿ ਸਾਡੀ ਕਾਨਫਰੰਸ ਦੀ ਇੱਕ ਖਾਸ ਖਿੱਚ ਹੈ, ਇੱਕ ਅਜਿਹੀ ਹਸਤੀ ਜਿਹਦਾ ਨਾਂ ਹੈ ਲੇਡੀ ਟ੍ਰੇਨ ਥੀ ਵੀਏਤ। ਮੈਨੂੰ ਲੱਗਿਆ ਕਿ ਮੈਂ ਇਹ ਨਾਂ ਨਹੀਂ ਸੁਣਿਆ, ਸ਼ਾਇਦ ਕਿਸੇ ਮਸ਼ਹੂਰ ਫਿਲਮ ਸਟਾਰ ਦਾ ਹੈ। ਮੇਰਾ ਫੋਕਸ ਕਾਨਫਰੰਸ ਤੋਂ ਹਟ ਕੇ ਹੁਣ ਇਸ ਮੁਲਾਕਾਤ ਤੇ ਟਿਕ ਗਿਆ। ਇਹ ਇੱਕ ਦਿਲਚਸਪ ਅਹਿਸਾਸ ਸੀ। ਕਾਨਫਰੰਸ ਆਪਣੇ ਸਮੇਂ ਤੇ ਸ਼ੁਰੂ ਹੋਈ। ਕਾਨਫਰੰਸ ਦੇ ਅੰਤ 'ਚ ਇੱਕ ਐਲਾਨ ਹੋਇਆ। ਸਭ ਖੜੇ ਹੋ ਗਏ। ਸਟੇਜ ਤੇ ਸੀ ਲੇਡੀ ਟ੍ਰੇਨ। ਮੇਰਾ ਨਾਂ ਬੋਲਿਆ ਗਿਆ। ਮੈਂ ਵੀ ਸਟੇਜ ਤੇ ਪਹੁੰਚਿਆ। ਲੇਡੀ ਟ੍ਰੇਨ ਨੇ ਮੈਨੂੰ ਇੱਕ ਤੋਹਫਾ ਦਿੱਤਾ ਤੇ ਆਪਣਾ ਹੱਥ ਮੇਰੇ ਸਿਰ ਉੱਤੇ ਰੱਖਿਆ। ਮੇਰੀ ਨਜ਼ਰ ਉਹਦੀ ਨਜ਼ਰ ਨਾਲ ਮਿਲਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਖੂਬਸੂਰਤ ਪਲ ਹੈ ਕਿਉਂਕਿ ਮੇਰੀ ਮੁਲਾਕਾਤ 119 ਸਾਲਾ ਦੁਨੀਆ ਦੀ ਸਭ ਤੋਂ ਬਿਰਧ ਔਰਤ ਨਾਲ ਹੋ ਰਹੀ ਸੀ ਤੇ ਉਹ ਤੋਹਫਾ ਸੀ ਉਹਨਾਂ ਦੇ ਹੱਥ ਦਾ ਬਣਿਆ ਉਹਨਾਂ ਦਾ ਰੇਖਾ ਚਿੱਤਰ ਜਿਸ ਉੱਤੇ ਵੀਅਤਨਾਮ ਸਰਕਾਰ ਵੱਲੋਂ ਜਾਰੀ ਉਹਨਾਂ ਦੀ ਲੰਮੀ ਉਮਰ ਦਾ ਪ੍ਰਮਾਣ ਪੱਤਰ ਵੀ ਛਪਿਆ ਸੀ। ਮੇਰੇ ਦਿਮਾਗ 'ਚ ਸਵਾਲ ਆਇਆ ਕਿ ਉਹਨਾਂ ਦੇ ਇੰਨੇ ਲੰਮੇ ਤੇ ਤੰਦਰੁਸਤ ਜੀਵਨ ਦਾ ਕੀ ਕਾਰਨ ਹੋ ਸਕਦਾ ਹੈ। ਇਹ ਕਾਰਨ ਜੱਦੀ ਹੈ ਜਾਂ ਕੁਝ ਹੋਰ। ਫਿਰ ਮੈਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ।
ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਦੀ ਔਸਤ ਉਮਰ ਲਗਭਗ 65 ਤੋਂ 75 ਸਾਲ ਹੀ ਹੈ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੀ ਲੰਮੀ ਉਮਰ ਦੇ ਲਈ ਜੀਨਸ ਜ਼ਿੰਮੇਵਾਰ ਨਹੀਂ ਸਨ। ਕੁਝ ਹੋਰ ਸਮਾਂ ਉਹਨਾਂ ਦੇ ਪਰਿਵਾਰ ਨਾਲ ਬਿਤਾਉਣ ਨਾਲ ਉਹਨਾਂ ਦੀਆਂ ਕੁਝ ਖਾਸ ਆਦਤਾਂ ਤੇ ਬਹੁਤ ਹੀ ਅਲੱਗ ਲੇਕਿਨ ਇੱਕ ਸਧਾਰਨ ਡਾਈਟ ਪਲਾਨ ਬਾਰੇ ਪਤਾ ਲੱਗਿਆ। ਮੈਂ ਏਸ਼ੀਆ ਬੁੱਕ ਆਫ ਰਿਕਾਰਡਸ ਰਿਪੋਰਟਰਾਂ ਵੱਲੋਂ ਇਕੱਠੇ ਕੀਤੇ ਗਏ ਉਹਨਾਂ 7 ਸੱਭਿਅਤਾਵਾਂ ਦੇ ਆਹਾਰ ਸੰਬੰਧੀ ਪੈਟਰਨ ਨਾਲ ਤੁਲਨਾ ਕੀਤੀ ਤਾਂ ਪਤਾ ਲੱਗਿਆ ਕਿ ਉਹਨਾਂ ਸਾਰਿਆਂ ਦਾ ਡਾਈਟ ਪਲਾਨ ਤੇ ਲੇਡੀ ਟ੍ਰੇਨ ਦਾ ਡਾਈਟ ਪਲਾਨ ਕਾਫੀ ਮਿਲਦਾ ਜੁਲਦਾ ਸੀ। ਮੈਂ ਵੀ ਵੇਖਿਆ ਉਹਨਾਂ ਸਾਰਿਆਂ ਦਾ ਹੀਲਿੰਗ ਮੈਕੈਨਿਜ਼ਮ ਵੀ ਇੱਕੋ ਜਿਹਾ ਹੀ ਹੈ। ਉਹ ਹੈ ਯੂਨੀਵਰਸਲ ਲਾਅ ਆਫ ਰੀਬੈਲੈਂਸ। ਇਹ ਮੇਰੇ ਲਈ ਇੱਕ ਬਹੁਤ ਹੀ ਖਾਸ ਖੋਜ ਸੀ ਕਿਉਂਕਿ ਇਸ ਵਿੱਚ ਬਿਨਾਂ ਕਿਸੇ ਦਵਾਈ ਦੇ ਕਿਸੇ ਵੀ ਬਿਮਾਰੀ ਤੋਂ ਛੁਟਕਾਰਾ ਪਾਉਣ ਦਾ ਭੇਦ ਛੁਪਿਆ ਹੋਇਆ ਸੀ। ਇਸ ਖੋਜ ਦੀ ਸਾਰਥਕਤਾ ਦੀ ਜਾਂਚ ਲਈ ਮੈਂ ਕਈ ਦੇਸ਼ਾਂ ਤੇ ਰਾਜਾਂ ਦਾ ਸਫ਼ਰ ਤੈਅ ਕੀਤਾ ਤੇ 102 ਤੋਂ ਵੱਧ ਸਿਹਤ ਨਾਲ ਜੁੜੇ ਮਾਹਰਾਂ, ਡਾਕਟਰਾਂ, ਵਿਗਿਆਨਕਾਂ, ਸਿਹਤ ਗੁਰੂਆਂ ਤੇ ਖੋਜਕਰਤਾਵਾਂ ਨੂੰ ਮਿਲਿਆ। ਇਸ ਤੋਂ ਇਲਾਵਾ ਮੈਂ 200 ਤੋਂ ਵੱਧ ਸਿਹਤ ਨਾਲ ਜੁੜੀਆਂ ਅੰਤਰਰਾਸ਼ਟਰੀ ਪੱਤਰਕਾਵਾਂ ਤੇ ਇੰਟਰਨੈਸ਼ਨਲ ਮੈਡੀਕਲ ਵਿਸ਼ਵਵਿਦਿਆਲਿਆਂ ਵੱਲੋਂ ਕਰਵਾਈਆਂ ਗਈਆਂ 50 ਤੋਂ ਵੱਧ ਗੋਸ਼ਟੀਆਂ ਦੀਆਂ ਰਿਪੋਰਟਾਂ ਨੂੰ ਦੇਖਿਆ ਤੇ ਏਸ਼ੀਆ ਬੁੱਕ ਆਫ ਰਿਕਾਰਡਸ ਦੀ ਟੀਮ ਦੀ ਮਦਦ ਨਾਲ ਵੱਖ-ਵੱਖ ਦੇਸ਼ਾਂ ਦੇ 100 ਤੋਂ ਵੱਧ ਅਜਿਹੇ ਖਿਡਾਰੀਆਂ ਨੂੰ ਮਿਲਿਆ ਜਿਨ੍ਹਾਂ ਨੇ ਫਿਜ਼ਿਕਸ ਇੰਡਿਊਰੈਂਸ ਵਿੱਚ ਵਿਸ਼ਵ ਰਿਕਾਰਡ ਕਾਇਮ ਕਰਕੇ ਗਿਨੀਜ਼ ਵਰਲਡ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਸੀ। ਅਸੀਂ ਉਹਨਾਂ ਦੀ ਜੀਵਨ ਸ਼ੈਲੀ ਤੇ ਖਾਣ ਪੀਣ ਦੀਆਂ ਆਦਤਾਂ ਨੂੰ ਜਾਣਿਆ ਤੇ ਰਿਕਾਰਡ ਕੀਤਾ। ਅੰਤ ਵਿੱਚ ਅਸੀਂ ਵੱਖ-ਵੱਖ ਮਹਾਂਦੇਸ਼ਾਂ ਦੇ ਅਜਿਹੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ 100 ਸਾਲ ਦੀ ਉਮਰ ਪਾਰ ਕੀਤੀ ਸੀ। ਉਹਨਾਂ ਦੀ ਸੋਚ, ਖਾਣ ਪੀਣ, ਰਹਿਣ ਸਹਿਣ ਦਾ ਅਧਿਐਨ ਕੀਤਾ ਤੇ ਸਾਹਮਣੇ ਆਇਆ ਇੱਕ ਅਜਿਹਾ ਰਹੱਸ ਜਿਹਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਅਨੋਖੇ ਸੱਚ ਨੂੰ ਵਿਸਥਾਰ ਨਾਲ ਜਾਣਨ ਲਈ ਸਾਨੂੰ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਹੋਏ ਪਰਮਾਣੂ ਹਮਲੇ ਦੇ ਦੁਰਪ੍ਰਭਾਵ ਨੂੰ ਜਾਣਨਾ ਪਏਗਾ। ਅੱਜ ਹੀਰੋਸ਼ੀਮਾ ਤੇ ਨਾਗਾਸਾਕੀ 'ਚ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਲੋਕ ਇਹ ਨਹੀਂ ਪੁੱਛਦੇ ਲੜਕਾ ਹੋਇਆ ਜਾਂ ਲੜਕੀ, ਬਲਕਿ ਪੁੱਛਦੇ ਆ ਕਿ ਬੱਚਾ ਕਿਹੜੀ ਅਪੰਗਤਾ ਤੇ ਵਿਗਾੜ ਨਾਲ ਪੈਦਾ ਹੋਇਆ। ਅੱਜ ਵੀ ਜਦੋਂ ਉੱਥੇ ਬੱਚੇ ਪੈਦਾ ਹੁੰਦੇ ਹਨ ਤਾਂ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਗਾੜਾਂ ਨਾਲ ਪੈਦਾ ਹੁੰਦੇ ਹਨ। ਇਹ 6 ਅਗਸਤ 1945 ਦਾ ਦੁਖਦਾਈ ਦੁਰਪ੍ਰਭਾਵ ਹੈ। ਇਤਿਹਾਸ ਦੇ ਪੰਨਿਆਂ ਦਾ ਉਹ ਕਾਲਾ ਦਿਨ ਜਦੋਂ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਐਟਮ ਬੰਬ ਸੁੱਟਿਆ ਸੀ। ਇਸ ਹਾਦਸੇ 'ਚ ਲਗਭਗ 2.5 ਲੱਖ ਲੋਕ ਅਚਾਨਕ ਮਾਰੇ ਗਏ ਤੇ ਜੋ ਲੋਕ ਬਚ ਗਏ ਉਹਨਾਂ ਦੀਆਂ ਪੀੜ੍ਹੀਆਂ ਵਿੱਚ ਅੱਜ ਵੀ ਕਈ ਵਿਗਾੜ ਵੇਖਣ ਨੂੰ ਮਿਲ ਰਹੇ ਹਨ। ਮਤਲਬ ਇਹ ਕਿ ਐਟਮ ਬੰਬ ਦਾ ਅਸਰ ਇੰਨਾ ਵਿਨਾਸ਼ਕ ਸੀ ਕਿ ਉਹਦੇ ਅਸਰ ਦੇ ਬਾਵਜੂਦ ਜੋ ਕੁਝ ਲੋਕ ਜਿਉਂਦੇ ਬਚ ਗਏ ਉਹ ਆਪਣੇ ਜੀਨਸ ਉੱਤੇ ਵਿਸਫੋਟ ਦੇ ਅਸਰ ਨੂੰ ਰੋਕ ਨਹੀਂ ਸਕੇ ਤੇ ਉਹਨਾਂ ਦੀਆਂ ਆਉਣ ਵਾਲੀਆਂ ਕਿੰਨੀਆਂ ਹੀ ਪੀੜ੍ਹੀਆਂ 'ਚ ਜੀਨਸ ਰਾਹੀਂ ਉਹ ਵਿਗਾੜ ਚਲੇ ਗਏ। ਦੁੱਖ ਦੀ ਗੱਲ ਇਹ ਹੈ ਕਿ ਸਰੀਰਕ ਤੇ ਮਾਨਸਿਕ ਵਿਗਾੜ ਮੌਤ ਦੇ ਨਾਲ ਹੀ ਖਤਮ ਨਹੀਂ ਹੁੰਦੇ, ਬਲਕਿ ਜੀਨਸ ਦੇ ਜ਼ਰੀਏ ਉਹ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਚਲੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਹਨਾਂ ਸਰੀਰਕ ਬਿਮਾਰੀਆਂ ਦੇ ਚਲੇ ਜਾਣ ਨੂੰ ਇੱਕ ਨਾਂ ਦਿੱਤਾ ਹੈ, ਇਨਹੈਰੀਟਿਡ ਮੈਟਾਬੋਲਿਕ ਸਿੰਡਰੋਮ IMS। ਇਸੇ ਪ੍ਰਕਾਰ ਕੁਝ ਘਾਤਕ ਦਵਾਈਆਂ ਜਾਂ ਖਾਣ ਪੀਣ ਦੀਆਂ ਚੀਜ਼ਾਂ ਵੀ ਜਿਨ੍ਹਾਂ ਦਾ ਸੇਵਨ ਅਸੀਂ ਜਾਣੇ ਅਣਜਾਣੇ ਕਰਦੇ ਹਾਂ, ਨਾ ਕੇਵਲ ਸਾਨੂੰ ਬਿਮਾਰ ਕਰਦੀਆਂ ਬਲਕਿ ਪ੍ਰੋਗਰਾਮਿੰਗ ਵਿੱਚ ਤਬਦੀਲੀ ਕਰਕੇ ਜੀਨਸ ਦੇ ਜ਼ਰੀਏ ਇਹਨਾਂ ਬਿਮਾਰੀਆਂ ਨੂੰ ਸਾਡੀ ਅਗਲੀ ਪੀੜ੍ਹੀ 'ਚ ਭੇਜ ਦਿੰਦੀਆਂ ਹਨ। ਉਦਾਹਰਨ ਵਜੋਂ DES ਜੋ ਕਿ ਗਰਭ ਅਵਸਥਾ ਦੀਆਂ ਗੁੰਝਲਾਂ ਨੂੰ ਕੰਟਰੋਲ ਕਰਨ ਲਈ 1940 ਤੋਂ 1970 ਤੱਕ ਗਰਭਵਤੀ ਔਰਤਾਂ ਨੂੰ ਦਿੱਤੀ ਗਈ। 1970 ਤੋਂ ਬਾਅਦ ਇਹ ਦੇਖਿਆ ਗਿਆ ਕਿ ਅਜਿਹੇ ਜੋ ਬੱਚੇ DES ਮਾਂ ਦੇ ਗਰਭ ਤੋਂ ਜਨਮੇ ਹਨ ਉਹ ਮਾਨਸਿਕ ਤੇ ਸਰੀਰਕ ਵਿਗਾੜਾਂ ਨਾਲ ਗ੍ਰਸਤ ਸਨ। ਇੱਥੋਂ ਤੱਕ ਕਿ ਉਹਨਾਂ ਦੇ ਪੜਪੋਤੇ ਪੜਪੋਤੀਆਂ 'ਚ ਵੀ ਇਹ ਘਾਟਾਂ ਦੇਖੀਆਂ ਗਈਆਂ। ਵਿਗਿਆਨ ਦੀ ਦੁਨੀਆ 'ਚ ਅਜਿਹੇ ਬੱਚਿਆਂ ਨੂੰ DES ਚਿਲਡਰਨ ਦੇ ਨਾਂ ਨਾਲ ਬੁਲਾਇਆ ਜਾਣ ਲੱਗਿਆ ਤੇ 1971 'ਚ ਪੂਰੇ ਵਿਸ਼ਵ ਵਿੱਚ DES ਦਵਾਈਆਂ ਨੂੰ ਬੰਦ ਕਰ ਦਿੱਤਾ ਗਿਆ। ਭਾਰਤ ਵਿੱਚ ਭ੍ਰਿਸ਼ਟਾਚਾਰ ਤੇ ਦਵਾਈ ਕੰਪਨੀਆਂ ਦੀ ਮਿਲੀ ਭੁਗਤ ਦੀ ਵਜ੍ਹਾ ਨਾਲ ਇਸ ਦਵਾਈ ਨੂੰ ਬੰਦ ਕਰਦੇ ਲਗਭਗ 19 ਸਾਲ ਗੁਜ਼ਰ ਗਏ ਤੇ ਅੰਤ ਯੂਨੀਵਰਸਿਟੀਆਂ ਦੀ ਕੇਸ ਪੜਤਾਲ ਦੇ ਅਨੁਸਾਰ ਡਾਕਟਰ ਮੀਰਾ ਸ਼ਿਵਾ ਵਰਗੀ ਮੈਡੀਕਲ ਸਪੈਸ਼ਲਿਸਟ ਦੇ ਅਣਥੱਕ ਯਤਨਾਂ ਤੋਂ ਬਾਅਦ 1999 'ਚ ਸਰਕਾਰ ਨੇ ਅਜਿਹੀਆਂ ਦਵਾਈਆਂ ਨੂੰ ਬੰਦ ਕਰ ਦਿੱਤਾ। ਪਰ ਉਦੋਂ ਲਗਭਗ 10 ਕਰੋੜ ਮਾਵਾਂ
ਇਸ ਦਵਾਈ ਦਾ ਸ਼ਿਕਾਰ ਹੋ ਚੁੱਕੀਆਂ ਸਨ। ਇਹਦੇ ਬਾਵਜੂਦ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਅੱਜ ਜਾਣ-ਬੁੱਝ ਕੇ 90% ਤੋਂ ਜ਼ਿਆਦਾ ਦਵਾਈਆਂ ਤੇ ਪੈਕੇਡ ਫੂਡਸ ਵਿੱਚ ਅਜਿਹੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਨਾ ਕੇਵਲ ਤੁਸੀਂ ਤੇ ਅਸੀਂ ਕਈ ਗੰਭੀਰ ਤੇ ਲੰਮੇ ਸਮੇਂ ਤੱਕ ਰਹਿਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ, ਬਲਕਿ ਇਹਨਾਂ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ। ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਜਦੋਂ ਮੈਂ ਦੂਜੀ ਜਮਾਤ 'ਚ ਪੜ੍ਹਦਾ ਸੀ। ਮੇਰੇ ਨਾਲ ਵਾਲੀ ਸੀਟ ਉੱਤੇ ਮੇਰਾ ਪੱਕਾ ਦੋਸਤ ਬੈਠਦਾ ਸੀ। ਲਗਭਗ 1 ਮਹੀਨੇ ਤੱਕ ਉਹ ਦੋਸਤ ਸਕੂਲ ਨਹੀਂ ਆਇਆ। ਮੈਨੂੰ ਪਤਾ ਲੱਗਿਆ ਕਿ ਉਹ ਬਿਮਾਰ ਹੈ ਤੇ ਮਹੀਨੇ ਭਰ ਤੋਂ ਹਸਪਤਾਲ 'ਚ ਭਰਤੀ ਹੈ। ਇੱਕ ਦਿਨ ਸਕੂਲ 'ਚ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਪਿਤਾ ਜੀ ਦੇ ਨਾਲ ਹਸਪਤਾਲ ਪਹੁੰਚਿਆ। ਉਹਨੇ ਸਕੂਲ ਦੇ ਹੋਮਵਰਕ ਤੇ ਟੈਸਟ ਦੇ ਬਾਰੇ ਪੁੱਛਿਆ ਤੇ ਅੰਤ 'ਚ ਮੈਨੂੰ ਕਿਹਾ ਕਿ ਆਪਣਾ ਖਿਆਲ ਰੱਖਣਾ। ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਹਨੂੰ ਆਖਰੀ ਵਾਰ ਮਿਲ ਰਿਹਾ। ਅੱਜ ਮੈਂ ਸੋਚ ਰਿਹਾ, ਜੇ ਉਦੋਂ ਇਹ ਰਹੱਸ ਮੈਨੂੰ ਪਤਾ ਹੁੰਦਾ ਤਾਂ ਅੱਜ ਮੇਰਾ ਉਹ ਦੋਸਤ ਜਿਉਂਦਾ ਹੁੰਦਾ। ਹੁਣ ਤੁਹਾਡੇ ਸਾਹਮਣੇ ਹੈ ਇੱਕ ਅਜਿਹਾ ਰਹੱਸ ਜਿਹਨੂੰ ਸਮਝਣ ਤੋਂ ਬਾਅਦ ਤੁਸੀਂ ਆਪਣੇ ਨੇੜੇ ਤੇੜੇ ਦੇ ਹਜ਼ਾਰਾਂ ਲੋਕਾਂ ਤੇ ਖੁਦ ਨੂੰ ਰੋਗ ਮੁਕਤ ਕਰ ਸਕੋਗੇ। ਅਜਿਹਾ ਨਹੀਂ ਹੈ ਕਿ ਸਿਰਫ ਸਾਰੇ ਰੋਗਾਂ ਦੇ ਖਾਤਮੇ ਦੀ ਸ਼ੁਰੂਆਤ ਹੀ ਹੋਏਗੀ, ਬਲਕਿ ਸਾਰੀਆਂ ਨਵੀਆਂ ਅਖੌਤੀ ਦਵਾਈਆਂ, ਦਵਾਈ ਉਦਯੋਗ ਤੇ ਮਲਟੀ ਸਪੈਸ਼ਲਿਟੀ ਹਸਪਤਾਲਾਂ ਦੇ ਅੰਤ ਦੀ ਸ਼ੁਰੂਆਤ ਵੀ ਕਹੀ ਜਾ ਸਕਦੀ ਹੈ। ਇਸ ਪੂਰੇ ਚੱਕਰਵਿਊਹ ਨੂੰ ਸਮਝਣ ਲਈ ਇਹਨਾਂ ਕਹਾਣੀਆਂ ਤੇ ਗੌਰ ਕਰੋ ਜੋ ਅਗਲੇ ਅਧਿਆਇ ਵਿੱਚ ਤੁਹਾਨੂੰ ਲੜੀਵਾਰ ਪੜ੍ਹਨ ਨੂੰ ਮਿਲਣਗੀਆਂ। ਕਹਾਣੀ ਦਾ ਨਾਂ ਹੈ ਅੱਪੂ ਤੇ ਪੱਪੂ। ਅੱਪੂ ਇੱਕ ਹਾਥੀ ਦਾ ਬੱਚਾ ਹੈ, ਜਦਕਿ ਪੱਪੂ ਇੱਕ ਇਨਸਾਨ ਦਾ। ਅੱਜ ਤੋਂ 500 ਸਾਲ ਪਹਿਲਾਂ ਹਾਥੀ ਦੀ ਔਸਤਨ ਉਮਰ ਸੀ 70 ਸਾਲ, ਜੋ ਅੱਜ ਵੀ ਇੰਨੀ ਹੀ ਹੈ, ਜਦਕਿ ਅੱਜ ਤੋਂ 500 ਸਾਲ ਪਹਿਲਾਂ ਮਨੁੱਖ ਦੀ ਔਸਤਨ ਉਮਰ ਸੀ 110 ਸਾਲ, ਜੋ ਕਿ ਅੱਜ ਸਿਮਟ ਚੁੱਕੀ ਹੈ 75 ਸਾਲ 'ਚ। ਅੱਪੂ ਤੇ ਪੱਪੂ ਦੇ ਜੀਵਨ ਦੇ ਸਫ਼ਰ ਦੇ ਹਵਾਲੇ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਨਸਾਨ ਦੀ ਉਮਰ ਦੇ ਘੱਟ ਹੋਣ ਦੇ ਪਿੱਛੇ ਦਾ ਸੱਚ ਕੀ ਹੈ। ਤਾਰੀਖ 12 ਜਨਵਰੀ 1990। ਅੱਪੂ ਦਾ ਜਨਮ ਜੰਗਲ 'ਚ ਹੋਇਆ, ਜਦਕਿ ਪੱਪੂ ਦਾ ਹਸਪਤਾਲ 'ਚ ਸਿਜ਼ੇਰੀਅਨ ਡਿਲੀਵਰੀ ਨਾਲ। ਤੁਸੀਂ ਵੀ ਸੋਚ ਰਹੇ ਹੋਗੇ ਕਿ ਮੈਂ ਸਿਜ਼ੇਰੀਅਨ ਡਿਲੀਵਰੀ ਸ਼ਬਦ ਦੀ ਵਰਤੋਂ ਕਿਉਂ ਕੀਤੀ, ਜਾਂ ਅਜਿਹੀ ਨੌਬਤ ਹੀ ਕਿਉਂ ਆਈ। ਅਜਿਹੀ ਕਿਹੜੀ ਵਜ੍ਹਾ ਰਹੀ ਕਿ ਪੱਪੂ ਦਾ ਜਨਮ ਸਧਾਰਨ ਕੁਦਰਤੀ ਰੂਪ 'ਚ ਨਹੀਂ ਹੋ ਸਕਿਆ। ਵਿਸ਼ਵ ਸਿਹਤ ਸੰਗਠਨ ਦੀ 2007-8 ਇੰਡੀਆ ਸੈਂਟਰਿਕ ਰਿਪੋਰਟ ਅਨੁਸਾਰ ਭਾਰਤ ਦੇ ਹਸਪਤਾਲਾਂ 'ਚ 27% ਸਿਜ਼ੇਰੀਅਨ ਸੈਕਸ਼ਨ ਦੇਖਿਆ ਗਿਆ। ਮੁੱਖ ਤੌਰ ਤੇ ਨਿੱਜੀ ਹਸਪਤਾਲਾਂ 'ਚ ਸਿਜ਼ੇਰੀਅਨ ਸੈਕਸ਼ਨ ਸਰਜਰੀ ਦੀ ਵਜ੍ਹਾ ਵੱਧ ਲਾਭ ਕਮਾਉਣਾ ਦੱਸੀ ਗਈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਜ਼ਰੂਰਤ ਨਾ ਹੋਣ ਤੇ ਵੀ ਜਿਨ੍ਹਾਂ ਔਰਤਾਂ ਨੂੰ ਸੀ ਸੈਕਸ਼ਨ ਦੇ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਉਹ ਲਗਭਗ ਮਰਨ ਕਿਨਾਰੇ ਪਹੁੰਚ ਜਾਂਦੀਆਂ ਹਨ, ਜਾਂ ਉਹਨਾਂ ਨੂੰ ICU 'ਚ ਭਰਤੀ ਹੋਣਾ ਪੈਂਦਾ ਹੈ, ਜਾਂ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਨਹੀਂ, ਜਿਨ੍ਹਾਂ ਬੱਚਿਆਂ ਦਾ ਜਨਮ ਸੀ ਸੈਕਸ਼ਨ ਨਾਲ ਹੁੰਦਾ ਹੈ, ਉਹਨਾਂ ਨੂੰ ਜੀਵਨ ਭਰ ਸਾਹ ਸੰਬੰਧੀ ਪਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬੱਚੇ ਦਾ ਪੈਦਾ ਹੋਣਾ ਹੀ ਕੁਝ ਲੋਕਾਂ ਲਈ ਵਪਾਰ ਬਣ ਗਿਆ, ਚਾਹੇ ਉਸ ਨਾਲ ਬੱਚੇ ਤੇ ਮਾਂ ਦੋਵਾਂ ਦੀ ਜਾਨ ਖਤਰੇ 'ਚ ਹੀ ਕਿਉਂ ਨਾ ਪੈ ਜਾਏ। ਚਲੋ ਹੁਣ ਜਾਣਦੇ ਹਾਂ ਅੱਪੂ ਤੇ ਪੱਪੂ ਦੀ ਅੱਗੇ ਦੀ ਕਹਾਣੀ। ਉਮਰ ਲਗਭਗ 1.5 ਸਾਲ। ਅੱਪੂ ਤੇ ਪੱਪੂ ਆਪਣੇ ਪੈਰਾਂ ਉੱਤੇ ਚੱਲ ਰਹੇ ਹਨ, ਖੇਡ ਰਹੇ ਹਨ। ਇੱਥੇ ਸੀ ਸੈਕਸ਼ਨ ਡਿਲੀਵਰੀ ਦੇ ਕਾਰਨ ਪੱਪੂ ਦੇ ਜੀਵਨ ਦੀ ਦੂਜੀ ਮੁੱਖ ਸਮੱਸਿਆ ਇਹ ਸੀ ਕਿ ਪੱਪੂ ਨੂੰ ਦੂਜੇ ਇਨਸਾਨੀ ਬੱਚਿਆਂ ਵਾਂਗ 25 ਦਰਦਨਾਕ ਤੇ ਜ਼ਹਿਰੀਲੇ ਵੈਕਸੀਨ ਦਾ ਸਾਹਮਣਾ ਕਰਨਾ ਪਿਆ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਂਝ ਤਾਂ ਇਹ ਵੈਕਸੀਨ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਪੋਲੀਓ, ਹੈਪੇਟਾਈਟਸ B, A, ਮੀਜ਼ਲਸ, ਮਮਸ, ਡਿਪਥੋਰੀਆ ਆਦਿ ਤੋਂ ਬਚਾਉਣ ਦਾ ਵਾਅਦਾ ਲੈ ਕੇ ਆਉਂਦੇ ਹਨ। ਪਰ ਅੱਜ ਇਹ ਸਾਫ਼ ਹੈ ਕਿ ਵੈਕਸੀਨ ਦੀ ਵਜ੍ਹਾ ਨਾਲ ਬਹੁਤੇ ਬੱਚੇ ਔਟਿਜ਼ਮ ਵਰਗੇ ਮੈਂਟਲ ਡਿਸਆਰਡਰ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਜੇ ਅੱਜ ਤੋਂ 20 ਸਾਲ ਪਹਿਲਾਂ 500 ਵਿੱਚੋਂ ਇੱਕ ਬੱਚਾ ਔਟਿਜ਼ਮ ਦਾ ਸ਼ਿਕਾਰ ਸੀ, ਅੱਜ 37 ਵਿੱਚੋਂ ਇੱਕ ਔਟਿਜ਼ਮ ਦਾ ਸ਼ਿਕਾਰ ਹੈ। ਤੇ ਔਟਿਜ਼ਮ ਦੇ ਨਾਲ ਡਾਇਬਟੀਜ਼ ਟਾਈਪ 1 ਤੇ ਕਈ ਆਟੋ ਇਮਿਊਨ ਡਿਜ਼ੀਜ਼ ਦਾ ਕਾਰਨ ਵੀ ਇਹ ਵੈਕਸੀਨ ਹੀ ਹਨ। ਬਹੁਤੀ ਵੈਕਸੀਨ 'ਚ ਮਰਕਰੀ ਪਾਇਆ ਜਾਂਦਾ ਹੈ, ਜੋ ਕਿ ਰੇਡੀਓ ਐਕਟਿਵ ਤੱਤਾਂ ਤੋਂ ਬਾਅਦ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਪਦਾਰਥ ਮੰਨਿਆ ਜਾਂਦਾ ਹੈ। ਇਸ ਲਈ ਯੂਰਪੀਅਨ ਏਜੰਸੀ ਆਫ ਇਵੈਲੂਏਸ਼ਨ ਆਫ ਮੈਡੀਕਲ ਪ੍ਰੋਡਕਟਸ EMEA ਦੀ ਸਲਾਹ ਤੋਂ ਬਾਅਦ ਡੈਨਮਾਰਕ, UK, ਫਰਾਂਸ, ਸਵੀਡਨ ਸਹਿਤ ਕਈ ਦੇਸ਼ਾਂ 'ਚ ਪਿਛਲੇ ਕੁਝ ਸਾਲਾਂ 'ਚ ਵੈਕਸੀਨ ਪਹਿਲਾਂ ਤੋਂ ਹੀ ਬੰਦ ਕਰ ਦਿੱਤੇ ਗਏ ਹਨ।
ਪਰ ਭਾਰਤ ਦੇ ਬੱਚਿਆਂ ਉੱਤੇ ਵੈਕਸੀਨ ਦਾ ਜ਼ੁਲਮ ਅੱਜ ਵੀ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਸ਼ਾਇਦ ਭਾਰਤ ਸਰਕਾਰ ਨੂੰ ਬੱਚਿਆਂ ਦੀ ਸਿਹਤ ਨਾਲੋਂ ਜ਼ਿਆਦਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੀ ਸਿਹਤ ਦੀ ਚਿੰਤਾ ਹੈ। ਮਾਮਲੇ ਦੀ ਗਹਿਰਾਈ ਨੂੰ ਸਮਝਣ ਲਈ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਇਸ ਮੁੱਦੇ ਉੱਤੇ ਛਿੜੀ ਚਰਚਾ ਦੇ ਇੱਕ ਅੰਸ਼ ਨੂੰ ਜਾਣਨਾ ਹੋਏਗਾ। ਇਹ ਅੰਸ਼ ਅਸੀਂ ਕਾਂਗਰਸਮੈਨ ਡੈਨ ਬਰਟਨ, ਚੇਅਰਮੈਨ ਗਵਰਨਮੈਂਟ ਰਿਫੋਰਸ ਕਮੇਟੀ ਤੇ ਡਾਕਟਰ ਕੇਰਨ ਮਿਥੁਨ, FDA ਆਫਿਸ ਆਫ ਵੈਕਸੀਨ ਰਿਸਰਚ ਐਂਡ ਰਿਵਿਊ ਵਿਚਲੀ ਚਰਚਾ ਚੋਂ ਲਿਆ ਹੈ। ਡੈਨ ਬਰਟਨ, ਅੱਜਕੱਲ ਡਾਕਟਰ ਇੱਕ ਮਰਕਰੀ ਵਾਲਾ ਇੰਜੈਕਸ਼ਨ ਥੀਮੇਰੋਸਲ ਬੱਚਿਆਂ ਨੂੰ ਲਗਾ ਰਹੇ ਹਨ। ਡਾਕਟਰ ਕੇਰਨ ਮਿਥੁਨ, ਮੈਂ ਅਜਿਹਾ ਨਹੀਂ ਮੰਨਦੀ। ਸਾਰੀ ਵੈਕਸੀਨੇਸ਼ਨ ਡਾਕਟਰ ਵੱਲੋਂ ਦੱਸੀ ਗਈ ਬਚਪਨ 'ਚ ਦਿੱਤੀ ਜਾਣ ਵਾਲੀ ਇਮਿਊਨਾਈਜੇਸ਼ਨ ਸੀਰੀਜ਼ ਦਾ ਹੀ ਹਿੱਸਾ ਹੈ। 2001 ਤੋਂ ਬਾਅਦ ਮਰਕਰੀ ਦੀ ਵਰਤੋਂ ਨਾ ਮਾਤਰ ਹੋ ਰਹੀ ਹੈ, ਜਾਂ ਇੰਜ ਕਹੋ ਕਿ ਥੀਮੇਰੋਸਲ ਰਹਿਤ ਇੰਜੈਕਸ਼ਨ ਬਣਾਏ ਜਾ ਰਹੇ ਹਨ। ਡੈਨ ਬਰਟਨ, ਕੀ ਮੈਨੂੰ ਹੁਣੇ ਦੱਸ ਸਕਦੇ ਹੋ ਕਿ ਮੈਨੂੰ ਕਿਸੇ ਵੀ ਸ਼ੱਕ ਦੇ ਬਿਨਾਂ ਦੱਸ ਸਕਦੇ ਹੋ ਕਿ ਇੰਜੈਕਸ਼ਨ 'ਚ ਪਾਈ ਜਾਣ ਵਾਲੀ ਮਰਕਰੀ ਨਿਊਰੋਲੋਜੀਕਲ ਸਮੱਸਿਆਵਾਂ ਪੈਦਾ ਨਹੀਂ ਕਰਦੀ? ਡਾਕਟਰ ਕੇਰਨ ਮਿਥਨ, ਮੈਂ ਨਹੀਂ ਜਾਣਦੀ ਕਿ ਕਿਸੇ ਵੀ ਤਰੀਕੇ ਨਾਲ ਮਰਕਰੀ ਤੇ ਨਿਊਰੋਲੋਜੀਕਲ ਸਮੱਸਿਆਵਾਂ ਵਿਚਲੇ ਇਸ ਅਪਰਤੱਖ ਸੰਬੰਧ ਨੂੰ ਮੰਨਿਆ ਜਾ ਸਕਦਾ ਹੈ ਜਾਂ ਨਕਾਰਿਆ ਜਾ ਸਕਦਾ ਹੈ। ਡੈਨ ਬਰਟਨ, ਜਦੋਂ ਤੁਸੀਂ ਇੱਕ ਜਾਂ ਦੂਜੇ ਤਰੀਕੇ ਨਾਲ ਇਸ ਬਾਰੇ ਕੁਝ ਜਾਣਦੇ ਹੀ ਨਹੀਂ ਤਾਂ ਤੁਸੀਂ ਇਹਨੂੰ ਵਰਤੋਂ 'ਚ ਕਿਉਂ ਲਿਆ ਰਹੇ ਹੋ? ਜੇ ਕੁਝ ਐਪੀਡੈਮਿਕ ਆਫ ਆਟਿਜ਼ਮ ਹੈ ਤਾਂ ਇਹਦੀ ਵਰਤੋਂ ਦਾ ਮਤਲਬ ਹੀ ਨਹੀਂ ਬਣਦਾ। ਸਾਰੇ ਅਧਿਐਨਾਂ ਅਨੁਸਾਰ ਇਹ ਸਾਫ਼ ਦਿਖ ਰਿਹਾ ਹੈ ਕਿ ਤੁਸੀਂ ਖੁਦ ਇਸ ਬਾਰੇ ਭੁਲੇਖੇ 'ਚ ਹੋ। ਡਾਕਟਰ ਕੇਰਨ ਮਿਥੁਨ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹਨਾਂ ਟੀਕਿਆਂ ਨਾਲ ਹੋਣ ਵਾਲੇ ਲਾਭਾਂ ਨੂੰ ਦੇਖਦੇ ਹੋਏ ਹਾਨੀਆਂ ਤੇ ਦੁਰਪ੍ਰਭਾਵਾਂ ਨੂੰ ਅਣਗੌਲਿਆਂ ਕਰ ਦੇਣਾ ਚਾਹੀਦਾ ਹੈ। ਇਸ ਚਰਚਾ ਨਾਲ ਤੁਸੀਂ ਇਹਨਾਂ ਤਾਂ ਸਮਝ ਹੀ ਗਏ ਹੋਗੇ ਕਿ ਮਰਕਰੀ ਬੱਚਿਆਂ ਦੇ ਬ੍ਰੇਨ ਦੇ ਨਿਊਰੋਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਮੈਂਟਲ ਡਿਸਆਰਡਰ ਸ਼ੁਰੂ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਦੇ ਲਗਭਗ 10% ਲੋਕ ਅੱਜ ਮੈਂਟਲ ਡਿਸਆਰਡਰ ਦਾ ਸ਼ਿਕਾਰ ਹਨ। ਹੁਣ ਤੁਸੀਂ ਸਾਈਕੈਟ੍ਰਿਕ ਦਵਾਈਆਂ ਦੇ ਪਿਛਲੇ ਸੱਚ ਨੂੰ ਸਮਝਣ ਤੇ ਜਾਣਨ ਦੀ ਕੋਸ਼ਿਸ਼ ਕਰੋ। ਇਹਨਾਂ ਦਵਾਈਆਂ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਦਵਾਈਆਂ ਵਾਂਗ ਇਹਨਾਂ ਨੂੰ ਜਾਨਵਰਾਂ ਉੱਤੇ ਟੈਸਟ ਨਹੀਂ ਕੀਤਾ ਜਾਂਦਾ, ਕਿਉਂਕਿ ਜਾਨਵਰ ਮੁਸ਼ਕਲ ਨਾਲ ਹੀ ਕਿਸੇ ਸਾਈਕੈਟ੍ਰਿਕ ਸਮੱਸਿਆ ਨਾਲ ਗ੍ਰਸਤ ਹੁੰਦੇ ਹਨ। ਇਹੀ ਕਾਰਨ ਹੈ ਇਹਨਾਂ ਨੂੰ ਸਿੱਧੇ ਮਨੁੱਖ ਉੱਤੇ ਹੀ ਟੈਸਟ ਕੀਤਾ ਜਾਂਦਾ ਹੈ। ਇਹਨਾਂ ਸਾਈਕੈਟ੍ਰਿਕ ਦਵਾਈਆਂ ਬਾਰੇ ਦੂਜਾ ਸੱਚ ਇਹ ਹੈ ਕਿ ਕੋਈ ਨਹੀਂ ਜਾਣਦਾ ਕਿ ਕੰਮ ਕਿਵੇਂ ਕਰਦੀਆਂ ਹਨ ਜਾਂ ਇਹਨਾਂ ਦਾ ਅਸਰ ਕਿਵੇਂ ਹੁੰਦਾ ਹੈ। ਇੱਥੋਂ ਤੱਕ ਕਿ ਖੁਦ ਦਵਾਈ ਨਿਰਮਾਤਾ ਕੰਪਨੀਆਂ ਵੀ ਇਸ ਬਾਰੇ ਨਹੀਂ ਜਾਣਦੀਆਂ। 100 ਤੋਂ ਵੱਧ ਸਾਈਕੈਟ੍ਰਿਕ ਮੈਡੀਸਨ ਪੱਤਰਕਾਵਾਂ ਦੀ ਮੰਨੀਏ ਤਾਂ ਹੁਣ ਤੱਕ ਇਸ ਦੁਨੀਆ ਦੇ ਇੱਕ ਵਿਅਕਤੀ ਨੂੰ ਵੀ ਇਹਨਾਂ ਸਾਈਕੈਟ੍ਰਿਕ ਦਵਾਈਆਂ ਦਾ ਲਾਭ ਨਹੀਂ ਮਿਲ ਸਕਿਆ। ਮੈਡੀਕਲ ਕੌਂਸਲ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ PG ਤੇ ਸਾਈਕੈਟਰੀ ਵਿੱਚ MD ਕੋਰਸ ਕਰਨ ਲਈ ਜੋ ਪਾਠਕ੍ਰਮ ਬਣਾਇਆ ਗਿਆ ਹੈ ਉਸ 'ਚ ਮਨ ਤੇ ਵਿਚਾਰ ਨਾਲ ਜੁੜਿਆ ਇੱਕ ਵੀ ਪਾਠ ਨਹੀਂ ਹੈ ਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਮਨੁੱਖੀ ਸਰੀਰ ਉੱਤੇ ਇਹਦਾ ਕੀ ਅਸਰ ਹੁੰਦਾ ਹੈ। ਤੱਥਾਂ ਦੀ ਗਹਿਰਾਈ 'ਚ ਜਾਣ ਲਈ ਜ਼ਰਾ ਇਸ ਉਦਾਹਰਣ ਉੱਤੇ ਗੌਰ ਕਰੋ। ਬ੍ਰੇਨ ਮਤਲਬ ਟਾਇਰ, ਪਿੰਨ ਮਤਲਬ ਨਕਾਰਾਤਮਕ ਵਿਚਾਰ ਤੇ ਟਾਇਰ 'ਚ ਹਵਾ ਮਤਲਬ ਸੇਰੋਟੋਨਿਨ। ਕਲਪਨਾ ਕਰੋ ਕਿ ਇਹ ਟਾਇਰ ਬ੍ਰੇਨ ਨੂੰ ਸੰਬੋਧਿਤ ਹੁੰਦਾ ਹੈ। ਇਹਦੇ ਅੰਦਰਲੀ ਹਵਾ ਸੈਰੋਟੋਨਿਨ ਹਾਰਮੋਨ ਨੂੰ, ਜੋ ਕਿ ਮੈਂਟਲ ਬੈਲੈਂਸ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ। ਇੱਥੇ ਪਿੰਨ ਦਿਮਾਗ 'ਚ ਬਾਰ-ਬਾਰ ਆਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਸੰਕੇਤ ਦੇ ਰਿਹਾ ਹੈ। ਹੁਣ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਿੰਨ ਰੂਪੀ ਨਕਾਰਾਤਮਕ ਵਿਚਾਰ ਤੁਹਾਡੇ ਦਿਮਾਗ ਦੇ ਨਿਊਰੋਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਸੈਰੋਟੋਨਿਨ ਦੀ ਮਾਤਰਾ ਘੱਟ ਹੋਣ ਲੱਗਦੀ ਹੈ। ਜਦੋਂ ਤੁਸੀਂ ਸਾਈਕੈਟ੍ਰਿਕ ਮੈਡੀਸਨ ਲੈਂਦੇ ਹੋ ਤਾਂ ਉਹ ਦਿਮਾਗ 'ਚ ਸੈਰੋਟੋਨਿਨ ਦੀ ਮਾਤਰਾ ਨੂੰ ਦੁਬਾਰਾ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਪਿੰਨ ਰੂਪੀ ਨਕਾਰਾਤਮਕ ਵਿਚਾਰਾਂ ਨੂੰ ਹਟਾਏ ਬਿਨਾਂ ਜੇਕਰ ਤੁਸੀਂ ਸੈਰੋਟੋਨਿਨ ਦੇ ਦਬਾਅ ਨੂੰ ਵਧਾਓਗੇ ਤਾਂ ਬ੍ਰੇਨ ਡੈਮੇਜ ਹੋਣ ਦਾ ਖਤਰਾ ਹੋਰ ਵਧੇਗਾ। ਇਸ ਲਈ ਪ੍ਰਿੰਸਟਨ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਐਂਟੀ ਡਿਪਰੈਸ਼ਨ ਮੈਡੀਸਨ ਲੈਣ ਵਾਲਿਆਂ 'ਚ ਆਤਮ ਹੱਤਿਆ ਕਰਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ। ਉਹਨਾਂ ਦੇ ਬੱਚਿਆਂ ਵਿੱਚ ਅਕਸਰ ਕਈ ਤਰ੍ਹਾਂ ਦੇ ਜਨਮ ਸੰਬੰਧੀ ਵਿਕਾਰ ਵੀ ਪਾਏ ਜਾਂਦੇ ਹਨ। ਹੁਣ ਚੱਲਦੇ ਹਾਂ ਅੱਪੂ ਤੇ ਪੱਪੂ ਦੀ ਕਹਾਣੀ ਦੇ ਅਗਲੇ ਪੜਾਅ ਵੱਲ।
ਹੁਣ ਦੋਵੇਂ ਲਗਭਗ 2.5 ਸਾਲਾਂ ਦੇ ਹਨ। ਅੱਪੂ ਆਪਣੀ ਮਾਂ ਦੇ ਦੁੱਧ ਦਾ ਸੇਵਨ ਕਰਦਾ ਹੈ ਤੇ ਪੱਪੂ ਡਾਕਟਰ ਵੱਲੋਂ ਸੁਝਾਏ ਗਏ ਮਾਰਕੀਟ 'ਚ ਮਿਲਣ ਵਾਲੇ ਮਿਲਕ ਪਾਊਡਰ ਦਾ। ਹੁਣ ਮਾਤਾ ਪਿਤਾ ਇਹ ਸਮਝ ਹੀ ਨਹੀਂ ਸਕਦੇ ਕਿ ਇਹ ਜੋ ਮਿਲਕ ਪਾਊਡਰ ਆਪਣੇ ਪਸੀਨੇ ਦੀ ਕਮਾਈ ਨਾਲ ਖਰੀਦ ਕੇ ਬੱਚਿਆਂ ਨੂੰ ਚੰਗੀ ਸਿਹਤ ਦੀ ਉਮੀਦ ਨਾਲ ਪਿਲਾ ਰਹੇ ਹਨ, ਉਹੀ ਮਿਲਕ ਪਾਊਡਰ ਉਹਨਾਂ ਨੂੰ ਸਰੀਰਕ ਰੂਪ 'ਚ ਜੀਵਨ ਭਰ ਲਈ ਆਟੋ ਇਮਿਊਨ ਡਿਜ਼ੀਜ਼ ਦਾ ਸ਼ਿਕਾਰ ਬਣਾਉਣ ਵਾਲਾ ਹੈ। 1970 ਤੋਂ 2006 ਦੇ ਦੌਰਾਨ ਕੀਤੀ ਗਈ ਚਾਈਨਾ ਸਟੱਡੀ ਦੇ ਅਨੁਸਾਰ ਜਿਨ੍ਹਾਂ ਬੱਚਿਆਂ ਨੂੰ ਗਾਂ ਦਾ ਦੁੱਧ ਦਿੱਤਾ ਜਾਂਦਾ ਹੈ ਉਹਨਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਜਾਂਦੀ ਹੈ, ਜਿਸ ਨਾਲ ਉਹ ਗਾਂ ਦੇ ਦੁੱਧ 'ਚ ਮੌਜੂਦ ਪ੍ਰੋਟੀਨ ਫਰੈਗਮੈਂਟਸ ਤੇ ਪੈਨਕ੍ਰੀਏਟਿਕ ਸੈਲਜ਼ ਵਿੱਚ ਫਰਕ ਮਹਿਸੂਸ ਨਹੀਂ ਕਰ ਸਕਦੇ। ਇਸ ਨਾਲ ਕਈ ਤਰ੍ਹਾਂ ਦੀ ਆਟੋ ਇਮਿਊਨ ਦੀ ਸੰਭਾਵਨਾ ਵੱਧਦੀ ਹੈ ਤੇ ਬੱਚਾ ਘੱਟ ਉਮਰ 'ਚ ਹੀ ਟਾਈਪ 1 ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦਾ ਹੈ। ਯਾਦ ਰੱਖੋ, ਬਾਜ਼ਾਰ 'ਚ ਮਿਲਣ ਵਾਲੇ ਹੈਲਥ ਡਰਿੰਕ ਪਾਊਡਰ ਜਿਵੇਂ ਸੈਰਲੈਕ, ਬੂਸਟ, ਬੋਰਨਵੀਟਾ, ਮਾਲਟੋਵਾ, ਹਾਰਲਿਕਸ ਲੰਮੇ ਸਮੇਂ ਤੋਂ ਬਾਅਦ ਬੱਚਿਆਂ ਦੀ ਸਿਹਤ ਦੇ ਲਈ ਹਾਨੀਕਾਰਕ ਸਾਬਤ ਹੁੰਦੇ ਹਨ। ਲਗਭਗ 3 ਸਾਲਾਂ ਬਾਅਦ ਅੱਪੂ ਤੇ ਪੱਪੂ ਦੇ ਜੀਵਨ 'ਚ ਇੱਕ ਤਬਦੀਲੀ ਦਿਸੀ। ਅੱਪੂ ਹੁਣ ਦੁੱਧ ਚੁੰਘਣਾ ਛੱਡ ਚੁੱਕਿਆ, ਜਦਕਿ ਪੱਪੂ 10ਵਾਂ ਸਾਲ ਪੂਰਾ ਕਰਦੇ ਹੋਏ ਵੀ ਦੁੱਧ ਪੀ ਰਿਹਾ ਹੈ, ਉਹ ਵੀ ਸੁਆਦਲਾ ਮਿਲਕ ਪਾਊਡਰ ਤੇ ਹੈਲਥ ਡਰਿੰਕਸ ਨਾਲ। ਦੁਨੀਆ ਦੇ ਇਤਿਹਾਸ 'ਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਦੂਜੇ ਜੀਵ ਦਾ ਦੁੱਧ ਪੀਂਦਾ ਹੈ। ਹਾਲਾਂਕਿ ਪ੍ਰਕਿਰਤੀ ਨੇ ਸਾਡੇ ਸਰੀਰ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਪਹਿਲੇ ਕੁਝ ਸਾਲਾਂ ਤੱਕ ਹੀ ਸਾਨੂੰ ਦੁੱਧ ਦੀ ਜ਼ਰੂਰਤ ਹੁੰਦੀ ਹੈ, ਉਹ ਵੀ ਮਾਂ ਦੇ ਦੁੱਧ ਦੀ। ਆਉਣ ਵਾਲੇ ਅਧਿਆਏ 'ਚ ਅਸੀਂ ਇਹ ਜਾਣਾਂਗੇ ਕਿ ਪੱਪੂ ਨੇ ਪੌਸ਼ਟਿਕ ਖਾਦ ਪਦਾਰਥਾਂ ਵੱਲੋਂ ਮੂੰਹ ਮੋੜ ਕੇ ਕੇਵਲ ਦੁੱਧ ਤੇ ਫਾਸਟ ਫੂਡ ਨਾਲ ਪੇਟ ਭਰਨ ਦੀ ਜੋ ਬੁਰੀ ਆਦਤ ਪਾਲ ਲਈ ਹੈ, ਇਸ ਨਾਲ ਕਿਹੜੇ-ਕਿਹੜੇ ਦੁਰਪਰਿਣਾਮ ਹੋ ਸਕਦੇ ਹਨ। ਧੰਨਵਾਦ।